ਦੇਸ਼ ਦੇ ਵਿੱਚ 91 ਪਦਮ ਅਵਾਰਡਸ ਦੇਣ ਦਾ ਐਲਾਨ ਕੀਤਾ ਹੈ ਤੇ ਪੰਜਾਬ ਦੇ ਵਿੱਚੋਂ ਕੇਵਲ ਡਾਕਟਰ ਰਤਨ ਸਿੰਘ ਜੱਗੀ ਨੇ ਜਿਨ੍ਹਾਂ ਨੂੰ ਸਾਹਿਤਕ ਖੇਤਰ ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਣ ਜਾ ਰਿਹਾ ਹੈ। 144 ਦੇ ਕਰੀਬ ਕਿਤਾਬਾਂ ਜਿਹੜੀਆਂ ਉਹਨਾਂ ਨੇ ਲਿਖੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ, ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਟੀਕਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਿੰਦੀ 'ਚ ਜਿਹੜਾ ਅਨੁਵਾਦ, तुलसी रामायण का हिंदी तो पंजाबी च अनुवाद, सो ऐसा बहुत कुछ है जो डॉक्टर साहब होरां ने सिख पंथ की झोली पाया। डॉक्टर साहब साडे नाल मौजूद ने ते जेकर डॉक्टर साहब के जीवन के उन्हां मुढ़ले दिनां नूं आपां पढ़दे हां तां पता लगदा है कि परिवार जिहड़ा सी वो 10वीं तो बाद पढ़ाउणा नहीं सी चाहुंदा, पर डॉक्टर साहब का जनून ऐसा सी कि डॉक्टर साहब ने ਸਾਹਿਤਕ ਖੇਤਰ ਦੀ ਸਭ ਤੋਂ ਵੱਡੀ ਡਿਗਰੀ ਜਿਹੜੀ डी.लिट ਉਹ ਪ੍ਰਾਪਤ ਕੀਤੀ, ਉਹ ਵੀ ਇੱਕ ਨਹੀਂ ਤਿੰਨ। ਸੋ ਡਾਕਟਰ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਆਪ ਜੀ ਨੂੰ ਬਹੁਤ-ਬਹੁਤ ਵਧਾਈ ਧੰਨਵਾਦ। ਮਿਲਣ ਤੇ ਇਹ ਸਾਰਿਆਂ ਦੀ ਸਾਂਝੀ ਵਧਾਈ ਹੈ ਕਿਉਂਕਿ ਮੈਂ ਪੰਜਾਬੀ ਜਗਤ ਦੀ ਸੇਵਾ ਕੀਤੀ ਹੈ। ਇਹ ਇਨਾਮ ਜੋ ਮੈਨੂੰ ਮਿਲਿਆ, ਇਹ ਪੰਜਾਬੀ ਮੈਨੂੰ ਮਿਲਿਆ, ਇਹ ਮੇਰਾ ਨਹੀਂ, ਪੰਜਾਬੀ ਜਗਤ ਦਾ ਹੈ। ਪੰਜਾਬੀ ਜਗਤ ਦਾ ਮਾਣ ਵਧਿਆ ਹੈ। ਪੰਜਾਬੀ ਜਗਤ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਇੱਕ ਸੇਵਕ ਹਾਂ, ਬਾਕੀ ਸਾਰਾ ਜਗਤ ਜਿਹੜਾ ਹੈ ਇਹ ਸੇਵਕ ਦੀ ਸੇਵਾ ਨੂੰ ਨਿਭਾ ਕੇ, ਸੇਵਾ ਨੂੰ ਹਾਸਲ ਕਰਕੇ ਆਪਣਾ ਮਾਣ ਵਧਾ ਰਿਹਾ ਹੈ। ਤੁਹਾਡਾ ਜਦੋਂ ਮੈਂ ਬਾਇਓਗ੍ਰਾਫੀ ਪੜ੍ਹ ਰਿਹਾ ਸੀ ਤਾਂ ਇੱਕ ਪੁਲਿਸ ਮੁਲਾਜ਼ਮ ਤੋਂ, ਇੱਕ ਸਿਪਾਹੀ ਤੋਂ ਪਦਮ ਸ਼੍ਰੀ ਤੱਕ ਦਾ ਸਫ਼ਰ, ਤੇ 95 ਸਾਲ ਦੀ ਅੱਜ ਦੀ ਉਮਰ ਦੇ ਵਿੱਚ ਜਦੋਂ ਉਹ ਪੁਰਾਣਾ ਸਫ਼ਰ ਦੇਖਦੇ ਹੋ, ਕਿੰਨਾ ਕੁ ਸਟਰਗਲ ਭਰਿਆ ਰਿਹਾ? ਨਹੀਂ, ਮੈਨੂੰ ਠੀਕ ਲੱਗਦਾ ਹੈ। ਗੱਲ ਇਹ ਹੈ ਕਿ ਸਾਧਨਾ ਜਿਹੜੀ ਹੈ ਉਸ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ। ਇਸ਼ਕ ਜਿਹੜਾ ਹੈ ਸ਼ੁਰੂ ਵਿੱਚ ਜਦੋਂ ਲੱਗਦਾ ਹੈ ਤੇ ਜਦੋਂ ਆਖਿਰ ਤੇ ਹੁੰਦਾ, ਮੈਂ ਮਰੀਜ਼ੇ ਇਸ਼ਕ ਹੂੰ मेरी दवा पर्दा में हो, इब्तदा पर्दा में थी अब इंतहा पर्दा में हो। इश्क जड़ा फिर चोटी ते पहुँच जाता है। इस वास्ते मैं जड़ा काम किया है, पुलिस दे विच नौकरी की है, ये पढ़न लई कीती सी। मैनू पता लग्या कि अगों पढ़ाई करन लई अगर कोई साधन है तो दिल्ली विच मिल सकता है। दिल्ली विच मैं गया, उत्थे पुलिस की भर्ती हो रही सी। उत्थे कुछ इहो ਜਿਹੇ ਬੰਦੇ ਰੱਖੇ ਜਾੜੇ ਸੀ ਜਿਹੜੇ ਕੁਆਲੀਫਾਈਡ ਸੀਗੇ, ਟਾਈਪ ਟਿਊਬ ਜਾਂਦੇ ਸੀ, ਉਹਨਾਂ ਨੂੰ ਦਫ਼ਤਰੀ ਕੰਮ ਦੇ ਦਿੱਤਾ ਜਾਂਦਾ ਸੀ। ਮੈਨੂੰ ਉਹਨਾਂ ਨੇ ਡਾਇਰੈਕਟ ਹੈੱਡ ਕਾਂਸਟੇਬਲ ਲੈ ਲਿਆ। 7 ਸਾਲ ਮੈਂ ਪੁਲਿਸ ਵਿੱਚ ਹੈੱਡ ਕਾਂਸਟੇਬਲ ਕੰਮ ਕੀਤਾ ਔਰ ਉਸ ਵਿੱਚ CID 5 ਸਾਲ ਸੀ, 2 ਸਾਲ ਉਧਰ ਮੈਂ ਜਨਰਲ ਪੁਲਿਸ ਵਿੱਚ ਕੀਤਾ। ਉਸ ਵਕਤ ਮੇਰੇ ਸਾਹਮਣੇ ਕਈ ਪ੍ਰੋਬਲਮਸ ਆਉਂਦੀਆਂ ਸਨ, ਕਈਆਂ ਦੇ ਕਰੈਕਟਰ ਆਉਂਦੇ ਸਨ, ਕਈਆਂ ਨੇ ਆਪਣਾ ਜੀਵਨ ਕਿਵੇਂ ਪੋਲੀਟੀਕਲ ਬਣਾਇਆ। ਉਹ ਸਾਰਿਆਂ ਨੂੰ ਪੜ੍ਹ ਕੇ ਮੇਰੇ ਅੰਦਰ ਰਿਸਰਚ ਦੀ ਇੱਕ ਭਾਵਨਾ ਪੈਦਾ ਹੋ ਗਈ। ਮੈਂ ਰਿਸਰਚ ਦੀ ਭਾਵਨਾ ਉੱਥੋਂ ਸਿੱਖ ਕੇ ਆਇਆ। ਇੱਕ ਕਿਸਮ ਦੇ ਮੇਰੇ ਵਿੱਚ ਪ੍ਰੇਰਣਾ ਸੀ। ਔਰ ਜਿਸ ਵਕਤ ਮੈਂ ਪੁਲਿਸ ਵਿੱਚ ਸੀਗਾ ਉਸ ਵਕਤ ਮੈਂ MA ਕਰ ਲਿਆ। ਫਿਰ ਮੈਂ ਸੋਚਿਆ ਹੁਣ ਮੈਨੂੰ ਟੀਚਿੰਗ ਵੱਲ ਆਉਣਾ ਚਾਹੀਦਾ, ਪੜ੍ਹਾਈ ਲਿਖਾਈ ਵਿੱਚ ਆਉਣਾ ਚਾਹੀਦਾ। ਮੈਂ ਪੁਲਿਸ ਤੋਂ ਕੀ ਲੈਣਾ? ਮੈਨੂੰ ਉਹਨਾਂ ਨੇ ਪ੍ਰਮੋਟ ਕਰਨ ਵਾਸਤੇ, ਐਸਾ ਹੀ ਬਣਾਉਣ ਵਾਸਤੇ ਇੱਥੇ ਫਗਵਾੜੇ ਭੇਜਣਾ, ਇੱਥੇ ਜਿਹੜਾ ਹੈ ਪੁਲਿਸ ਵਾਲਾ ਸੈਂਟਰ, ਉੱਥੇ ਮੈਨੂੰ ਭੇਜਣਾ ਚਾਹਿਆ। ਮੈਂ ਕਿਹਾ ਮੈਂ ਨਹੀਂ ਪੁਲਿਸ ਦੀ ਨੌਕਰੀ ਕਰਨੀ। ਸਾਰਾ ਮੇਰਾ ਮਜ਼ਾਕ ਉਡਾਉਂਦੇ ਸੀ ਕਿ ਇਹਨੂੰ ਤਰੱਕੀ ਮਿਲ ਰਹੀ ਤੇ ਨਾ ਕਰ ਰਿਹਾ। ਅਤੇ ਮੈਂ ਅਪਲਾਈ ਕੀਤਾ ਹਿੰਦੂ ਕਾਲਜ ਸੋਨੀਪਤ, ਉੱਥੇ RSS ਦਾ ਕਾਲਜ ਸੀ, ਉੱਥੇ ਮੈਂ ਅਪਲਾਈ ਕਰ ਦਿੱਤਾ। ਉਹਨਾਂ ਨੇ ਮੈਨੂੰ ਇੰਟਰਵਿਊ 'ਤੇ ਬੁਲਾ ਲਿਆ। ਜਿਸ ਦਿਨ ਇੰਟਰਵਿਊ ਸੀ ਉਹ ਦਿਨ ਜਨਮ ਅਸ਼ਟਮੀ ਸੀ। ਮੈਂ ਸ਼ਕਤੀ ਨਗਰ ਨਿਊ ਦਿੱਲੀ ਰਹਿੰਦਾ ਸੀ। ਉੱਥੇ ਸ਼ਕਤੀ ਨਗਰ ਦੇ ਵਿੱਚ ਰਹਿਣ ਵਿੱਚ ਮੈਂ ਕੁਛ ਅਰੇਂਜਮੈਂਟ ਕੀਤੇ ਸੀ। ਸ਼ਾਮ ਨੂੰ ਕਵੀ ਦਰਬਾਰ ਰੱਖਿਆ ਸੀ ਸ਼੍ਰੀ ਕ੍ਰਿਸ਼ਨ ਬਾਰੇ। ਉੱਥੇ ਮੈਂ ਗਿਆ ਅਤੇ ਉੱਥੇ ਉਹ ਸਾਰੇ ਆਂਗਨ ਪਰਿਸਾਰ ਵਿੱਚ ਘੱਟੋ ਘੱਟ 250 ਬੰਦਾ ਹੋਣਾ ਜਿਹੜੇ ਕਿ ਇੰਟਰਵਿਊ ਵਿੱਚ ਡਿਫਰੈਂਟ ਸਬਜੈਕਟ ਵਾਸਤੇ ਆਏ ਹੋਏ ਸੀ। तो वो सारे दे रहे थे। तो मैं कहता था मेरी बारी हिंदी पंजाबी के आखिर से आएगी। मैं जिस साल पहला अंग्रेज़ी का बंदा उत्थे गया, मैं अंदर चला गया। अंदर गया तो मैं उन्होंने कहा मेरी ये प्रॉब्लम है, जो तुम करना कर लो, नहीं तो मैं वापस चला। वो कहते नहीं, जिस अंग्रेज़ी वाला इंटरव्यू ख़त्म होएगा तुम आ जाना अंदर। मैं गया, उन्होंने मेरे तो 2-3 सवाल किए, जवाब दिता। तो वो कहते असीं तुहानूं अपॉइंट कर लिया, लेकिन दसना किसी को इत्थों हुण चले जाओ, ਤੁਹਾਨੂੰ 3-4 ਦਿਨਾਂ 'ਚ ਅਪੁਆਇੰਟਮੈਂਟ ਲੈਟਰ ਮਿਲ ਜਾਏਗਾ। ਅਤੇ ਮੈਨੂੰ 3-4 ਦਿਨਾਂ ਬਾਅਦ ਅਪੁਆਇੰਟਮੈਂਟ ਲੈਟਰ ਮਿਲ ਗਿਆ ਅਤੇ ਮੈਂ ਆ ਕੇ ਡਿਊਟੀ ਜੁਆਇਨ ਕਰ ਲਈ। ਉਹ ਜਿਹੜਾ ਸਾਰਾ ਵਿਹੜਾ ਸੀ ਜਿਸ ਵਿੱਚ 250-300 ਬੰਦਾ ਫਿਰ ਰਿਹਾ ਸੀ, ਉਸ ਵਿੱਚ ਜਿਹੜਾ ਉੱਥੋਂ ਦਾ ਪ੍ਰਿੰਸੀਪਲ ਸੀ ਉਹ ਚੱਕਰ ਕੱਟਦਾ ਆ ਗਿਆ
ਚੱਕਰ ਕੱਟਦਾ ਆ ਗਿਆ ਤੇ ਮੇਰੇ ਕੋਲ ਆਇਆ, ਓ ਯੂ ਆਰ ਸਨ ਆਫ ਗੁਰੂ ਨਾਨਕ। ਮੈਂ ਕਿਹਾ ਯੈਸ ਪਲੀਜ਼। ਫਿਰ ਮੈਨੂੰ ਕਹਿੰਦਾ ਵਟ ਇਜ਼ ਯੂਰ ਕੁਆਲੀਫਿਕੇਸ਼ਨ। ਮੈਂ ਉਹਨੂੰ ਆਪਣੀ ਕੁਆਲੀਫਿਕੇਸ਼ਨ, ਯੂ ਹੈਵ ਗਟ ਗੁੱਡ ਚਾਂਸ ਆਫ ਸਿਲੈਕਸ਼ਨ। ਉਸ ਤੋਂ ਬਾਅਦ ਉਹ ਚਲਾ ਗਿਆ। ਉਹ ਵੀ ਅੰਦਰ ਬੈਠਾ ਹੋਇਆ ਸੀ, ਮੇਰੀ ਸਿਲੈਕਸ਼ਨ ਹੋ ਗਈ। ਤੋ ਜਿਸ ਵਕਤ ਵਾਪਸ ਆਇਆ, ਮੈਂ ਆ ਕੇ ਡਿਊਟੀ ਜੁਆਇਨ ਕਰ ਲਈ। ਮੈਂ ਉਹਨਾਂ ਨੂੰ 1 ਮਹੀਨੇ ਬਾਅਦ ਸਵਾਲ ਕੀਤਾ ਕਿ ਉਸ ਵਕਤ ਤੁਸੀਂ ਮੈਨੂੰ ਕਿਹਾ ਸੀ ਓ ਯੂ ਆਰ ਸਨ ਆਫ ਗੁਰੂ ਨਾਨਕ, ਤਾਂ ਮੈਂ ਤੁਹਾਨੂੰ ਕਿਹਾ ਯੈਸ ਪਲੀਜ਼। ਮੈਂ ਕਿਹਾ ਕਿ ਇਸ ਸਟੇਟਮੈਂਟ ਦੇ ਪਿੱਛੇ ਕੀ ਹੈ? ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਜਿਸ ਵਕਤ ਪਾਕਿਸਤਾਨ ਹਿੰਦੁਸਤਾਨ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਉਸ ਵਕਤ ਪੰਜਾਬ ਵਿੱਚ ਵੀ ਉਹਨਾਂ ਨੇ ਕਬਜ਼ਾ ਕੀਤਾ। ਲਾਹੌਰ ਦੇ ਵਿੱਚ ਅੰਗਰੇਜ਼ੀ ਰਾਜ ਕਾਇਮ ਕਰਨ ਲਈ ਉਰਦੂ ਦੇ ਵਾਸਤੇ ਲਖਨਊ ਤੋਂ ਤੇ ਅੰਗਰੇਜ਼ੀ ਵਾਸਤੇ ਕਲਕੱਤੇ ਤੋਂ ਇਹਨਾਂ ਨੇ ਸਕਾਲਰ, ਵਰਕਰ, ਐਮਪਲਾਈਜ਼ ਮੰਗਵਾਏ। ਤੇ ਮੇਰੇ ਪੇਰੈਂਟਸ ਜਿਹੜੇ ਸੀ ਉਹ ਕਲਕੱਤੇ ਤੋਂ ਲਾਹੌਰ ਆਏ ਸਨ ਤੇ ਲਾਹੌਰ ਹੀ ਉਹਨਾਂ ਕੋਲ ਮੈਂ ਰਹਿੰਦਾ ਸਾਂ। ਮੈਂ ਪੜ੍ਹਦਾ ਸਾਂ। ਗਰਮੀ ਦੀਆਂ ਛੁੱਟੀਆਂ ਸਨ, ਮੈਂ ਕਲਕੱਤੇ ਚਲਾ ਗਿਆ। ਵਾਪਸ ਜਿਸ ਵਕਤ ਆਉਣ ਲੱਗਿਆ ਤੇ ਮੇਰੇ ਦਾਦਾ ਜੀ ਮੈਨੂੰ ਲੈ ਕੇ, ਮੇਰੀ ਗ੍ਰੈਂਡ ਮਦਰ ਵਗੈਰਾ ਸਟੇਸ਼ਨ 'ਤੇ ਆਏ ਕਿ ਕਿਵੇਂ ਇਹਨੂੰ ਭੇਜੀਏ ਕੱਲ ਮੁਕੱਲੇ ਨੂੰ ਉੱਥੇ। ਉਹ ਸਾਰੇ ਡੱਬੇ ਦੇਖਦੇ ਰਹੇ। ਆਖਿਰ ਇੱਕ ਡੱਬੇ ਦੇ ਵਿੱਚ ਇੱਕ ਸਿੱਖ ਫੈਮਿਲੀ ਮਿਲੀ ਤੇ ਆ ਕੇ ਉਹ ਕਹਿੰਦਾ ਕਿ ਉਹ ਸਨ ਆਫ ਗੁਰੂ ਨਾਨਕ ਦੀ ਫੈਮਿਲੀ ਹੈ। ਮੈਂ ਉਸ 'ਤੇ ਸਪੋਰਟ ਕਰ ਦਿੱਤਾ ਹੈ ਔਰ ਉਹ ਠੀਕ ਪਹੁੰਚ ਜਾਏਗਾ। ਇਤਨਾ ਵਿਸ਼ਵਾਸ ਸੀ ਸਿੱਖਾਂ 'ਤੇ ਕਿ ਉਹ ਸਨ ਆਫ ਗੁਰੂ ਨਾਨਕ ਨੇ ਔਰ ਉਹਨਾਂ ਨੇ ਆਪਣਾ ਬੱਚਾ ਸਪੁਰਦ ਕਰਕੇ ਚਲੇ ਗਏ ਔਰ ਉੱਥੇ ਪਹੁੰਚ ਗਏ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਮਾਰਗ 'ਤੇ ਅਸੀਂ ਚੱਲ ਰਹੇ ਹਾਂ। ਚੱਲਣ ਲਈ ਸਾਨੂੰ ਚਾਹੀਦਾ ਹੈ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ, ਜਿਹੋ ਜਿਹਾ ਜੀਵਨ ਬਤੀਤ ਕਰਨ ਲਈ ਸਾਨੂੰ ਕਿਹਾ, ਜਿਹੋ ਜਿਹਾ ਮਨੁੱਖਤਾ ਦਾ ਮਾਰਗ ਅਸੀਂ ਪ੍ਰਦਰਸ਼ਿਤ ਕਰਨਾ ਹੈ, ਉਹ ਸਦਾ ਕਰਨਾ ਚਾਹੀਦਾ ਹੈ। ਤਦ ਹੀ ਅਸੀਂ ਸੱਚੇ ਅਰਥਾਂ ਵਿੱਚ ਸਨ ਆਫ ਗੁਰੂ ਨਾਨਕ। ਥੋੜਾ ਜਿਹਾ ਪਿੱਛੇ ਹੋਰ ਜਾਂਦੇ ਆ। ਚੰਦ ਕੁ ਸ਼ਬਦਾਂ ਦੇ ਵਿੱਚ ਤੁਹਾਡਾ ਜਨਮ, ਪਰਿਵਾਰ ਤੇ ਕਿਹਨਾਂ ਹਾਲਾਤਾਂ ਤੋਂ ਜਿਹੜਾ ਨਿਕਲ ਕੇ ਤੁਸੀਂ ਪੁਲਿਸ ਦੇ ਜਿਹੜੇ ਉਸ ਸਿਪਾਹੀ ਦੀ ਜਿਹੜੀ ਮੇਰਾ ਪਰਿਵਾਰ ਜਿਹੜਾ ਹੈ, ਅਸੀਂ ਪਿੰਡੀ ਗੇਬ ਦੇ ਹਾਂ ਪਿੱਛੋਂ। ਪਿੰਡੀ ਗੇਬ ਕੈਂਬਲ ਡਿਸਟ੍ਰਿਕਟ ਹੈ ਜੋ ਰਾਵਲਪਿੰਡੀ ਤੋਂ ਥੋੜ੍ਹੇ ਜਿਹੇ ਅੱਗੇ ਹੈ ਤੇ ਇਹ ਸਬ ਡਿਵੀਜ਼ਨ ਸੀ ਕੈਂਬਲਪੁਰ ਡਿਸਟ੍ਰਿਕਟ ਦਾ। ਇੱਥੇ ਅਸੀਂ ਸਾਰੀ ਪਰਿਵਾਰ ਉੱਥੇ ਰਹਿੰਦਾ ਸੀ। ਮੇਰੀ ਫੈਮਿਲੀ ਜਿਹੜੀ ਹੈ ਉਹ ਨਾਨ ਸਿੱਖ ਹੈ, ਸਿੱਖ ਨਹੀਂ ਸੀ। ਤੇ ਉਹ ਉੱਥੇ ਸੰਤ ਸੁੱਚਾ ਸਿੰਘ ਜਾਂ ਨਿਰਮਲਿਆਂ ਦਾ ਜਾਂ ਕਲਰ ਵਾਲੇ ਬਾਬਿਆਂ ਦਾ ਕੋਈ ਨਾ ਕੋਈ ਪ੍ਰਭਾਵ ਸੀ ਤੇ ਸਿੱਖੀ ਦਾ ਪ੍ਰਚਾਰ ਸੀ। ਉੱਧਰ ਪੋਠਵਾਰ ਵਿੱਚ ਵੀ ਸਿੱਖੀ ਦਾ ਪ੍ਰਚਾਰ ਸੀ। ਉੱਥੇ ਮੈਂ 10ਵੀਂ ਕੀਤੀ। ਸੰਤ ਸੁੱਚਾ ਸਿੰਘ ਨੇ ਮੇਰਾ ਨਾਂ ਰੱਖਿਆ ਸੀ। ਉੱਥੇ ਉਹਨਾਂ ਨੇ ਪਹਿਲਾਂ ਫੈਮਿਲੀ ਵਿੱਚ ਸਿੱਖ ਬਣਾਇਆ ਸੀ। ਤੇ ਇਹ ਸਾਰਾ ਕੁਝ ਕਰਦਾ ਮੈਂ ਪੜ੍ਹਨ ਦਾ ਮੇਰਾ ਸ਼ੌਕ ਸੀ, ਲੇਕਿਨ ਹਾਲਾਤ ਇਹੋ ਜਿਹੇ ਸੀ ਕਿ ਸਾਨੂੰ ਘਰ ਵਿੱਚ ਬੰਦਿਆਂ ਦੀ ਲੋੜ ਸੀ। ਜੇ ਮੈਂ ਪੜ੍ਹਾਈ ਕਰਦਾ ਤੇ ਕੰਮ ਕਈ ਰੁਕ ਜਾਂਦੇ। ਮੈਨੂੰ ਇਸ ਵਾਸਤੇ ਉਹਨਾਂ ਨੇ ਇਹ ਪ੍ਰੇਰਣਾ ਦਿੱਤੀ ਕਿ ਤੁਸੀਂ ਹੋਰ ਅੱਗੇ ਨਾ ਪੜ੍ਹੋ। 10ਵੀਂ ਤੱਕ ਮੈਂ ਬੜੀ ਮੁਸ਼ਕਿਲ ਨਾਲ ਉੱਥੇ ਕੀਤਾ। ਫਿਰ ਜਿਸ ਵਕਤ ਪਾਕਿਸਤਾਨ ਬਣਿਆ, ਮੇਰੇ ਪਾਸ ਇੱਕ 10ਵੀਂ ਦਾ ਸਰਟੀਫਿਕੇਟ ਸੀ, ਉਸ ਨੂੰ ਮੈਂ ਆਪਣੀ ਛਾਤੀ ਨਾਲ ਲਾ ਕੇ ਰੱਖਿਆ ਸੀ। ਮੈਂ ਇਹ ਚਾਹੁੰਦਾ ਸੀ ਮੈਂ ਪੜ੍ਹਾਂ। ਲੋਟੋਂ ਪਿੰਡ ਹੈ ਨਾਰਾਇਣਗੜ੍ਹ ਤਹਿਸੀਲ ਵਿੱਚ, ਉੱਥੇ ਸਾਨੂੰ ਜ਼ਮੀਨ ਮਿਲੀ ਸੀ। ਹੋਰ ਸਾਰੇ ਵਿਹਲੇ ਹੋ ਗਏ। ਮੈਨੂੰ ਕਿਹਾ ਤੁਸੀਂ ਜ਼ਮੀਨ ਦਾ ਧਿਆਨ ਕਰੋ। ਉਹਨਾਂ ਦਿਨਾਂ 'ਚ ਗੰਨਿਆਂ ਦੀ ਪਿੜਾਈ ਸ਼ੁਰੂ ਹੋ ਗਈ ਸੀ, ਦਸੰਬਰ ਸੀ। ਹੋਰ ਸਾਰੇ ਇਸ ਕੰਮ ਵਿੱਚ ਮੈਂ ਇੰਨਾ ਰੁੱਝ ਗਿਆ, ਲੇਕਿਨ ਮੈਨੂੰ ਤਸੱਲੀ ਨਾ ਹੋਈ। ਇੱਥੋਂ ਤੱਕ ਕਿ ਫਿਰ ਮੈਂ ਖਰਬੂਜ਼ੇ ਬੀਜਣ ਦਾ ਮਨ ਬਣਾਇਆ। ਮੈਨੂੰ ਹਲ ਵਾਉਣਾ ਨਹੀਂ ਸੀ ਆਉਂਦਾ। ਇਹ ਜਿਹੜਾ ਉਬਰਾਏ ਹੈ, ਇਹਦਾ ਪੜਦਾਦਾ ਤੇਜਾ ਸਿੰਘ ਹੁੰਦਾ ਸੀ, ਉਹਨੇ ਮੈਨੂੰ ਹਲ ਚਲਾਉਣਾ ਸਿਖਾਇਆ, ਲੇਕਿਨ ਉਹ ਵੀ ਚੱਲਿਆ ਨਾ। ਖਰਬੂਜ਼ੇ ਵੀ ਗਏ ਸਾਰੇ। ਮੈਂ ਸੋਚਿਆ ਕਿ ਹੁਣ ਜਾ ਕੇ ਲੁਧਿਆਣੇ ਮੈਂ ਟਾਈਪ ਸਿੱਖ ਲਈ। ਜਦੋਂ ਟਾਈਪ ਸਿੱਖ ਲਈ ਫਿਰ ਮੈਨੂੰ ਇੱਥੇ ਅੰਬਾਲਾ ਕੈਂਟ 4th ਇਨਫੈਂਟਰੀ ਡਿਵੀਜ਼ਨ ਵਿੱਚ ਜੌਬ ਮਿਲ ਗਿਆ ਟਾਈਪਿਸਟ ਦਾ। ਉੱਥੇ ਮੈਂ ਆ ਕੇ ਟਾਈਪ ਕਰਕੇ ਇਮਤਿਹਾਨ ਦਿੱਤਾ, ਸਿਲੈਕਟ ਹੋ ਗਿਆ। ਉੱਥੇ ਟਾਈਪ ਦੇ ਦੌਰਾਨ ਮੈਂ ਜਿਹੜਾ ਕੰਮ ਕਰਦਾ ਰਿਹਾ, ਉੱਥੋਂ ਸਾਰਾ ਕੁਛ ਜਿਸ ਵਕਤ ਮੈਂ ਸਿਲੈਕਟ ਹੋ ਗਿਆ, ਫਿਰ ਮੇਰੀ ਇੱਥੇ ਆ ਕੇ ਸਭ ਤੋਂ ਵੱਡੀ ਖੁਆਇਸ਼ ਇਹ ਸੀ ਕਿ ਮੈਂ ਪੜ੍ਹਾਂ, ਹੋਰ ਅੱਗੇ ਪੜ੍ਹਾਂ। ਮੈਂ ਹਰ ਵਕਤ ਇਹੀ ਸੋਚਦਾ ਰਹਿੰਦਾ ਸੀ। ਆਖਿਰ ਤੇ ਮੈਨੂੰ ਐਡਵਾਈਸ ਕੀਤੀ ਗਈ ਕਿ ਜੇ ਤੂੰ ਸੱਚਮੁੱਚ ਪੜ੍ਹਨਾ ਤਾਂ ਦਿੱਲੀ ਚਲਾ ਜਾ। ਤੇ ਮੈਂ ਦਿੱਲੀ ਜੌਬ ਲੱਭਣ ਵਾਸਤੇ ਆਇਆ। ਉੱਥੇ ਪੁਲਿਸ ਦੀ ਨੌਕਰੀ ਹੋ ਰਹੀ ਸੀ, ਮੈਨੂੰ ਪੁਲਿਸ ਦੀ ਨੌਕਰੀ ਮਿਲ ਗਈ। ਇਸ ਤਰੀਕੇ ਨਾਲ ਮੈਂ ਸਫ਼ਰ ਕਰਦਾ ਪੁਲਿਸ ਤੱਕ ਪਹੁੰਚਿਆ ਔਰ ਪੁਲਿਸ ਦੇ ਵਿੱਚ ਰਹਿ ਕੇ 7 ਸਾਲ ਮੈਂ MA ਕਰ ਲਿਆ ਔਰ ਇਹ ਪਰਮਾਤਮਾ ਦੀ ਕਿਰਪਾ ਹੈ। ਪਰਿਵਾਰ ਦੇ ਵਿੱਚ ਹੋਰ ਵੀ ਕੋਈ ਸੀ ਜਿਸ ਨੇ ਇੱਥੋਂ ਤੱਕ ਜਿਹੜਾ ਜਾਂ ਪੜ੍ਹਾਈ ਦੇ ਵਿੱਚ ਅੱਗੇ ਹੋਵੇ, ਜਾਂ ਜਿਹੜੀ ਸਾਹਿਤਕ ਦੀ ਚੇਟਕ ਇਹ ਕਿੱਥੋਂ ਲੱਗੀ? ਪੜ੍ਹਾਈ ਵਿੱਚ ਹੋਰਾਂ ਨੇ ਵੀ ਕੋਸ਼ਿਸ਼ ਕੀਤੀ ਹੈ,
ਲੇਕਿਨ ਉਹ ਪੜ੍ਹਾਈ ਜਿਹੜੀ ਆਮ ਰੂਟੀਨ ਵਿੱਚ ਹੁੰਦੀ ਇਸ ਤਰੀਕੇ ਨਾਲ ਕੀਤੀ ਹੈ, ਲਗਨ ਨਾਲ, ਇੱਕ ਖਾਸ ਉਦੇਸ਼ ਦੇ ਨਾਲ, ਇੱਕ ਖਾਸ ਡਿਵੋਸ਼ਨ ਦੇ ਨਾਲ ਮੈਂ ਕੀਤੀ ਹੈ। ਔਰ ਮੈਨੂੰ ਤਾਂ ਰੋਟੀ ਖਾਣੀ ਵੀ ਨਹੀਂ ਸੀ ਮਿਲਦੀ, ਮੈਨੂੰ ਸੌਣਾ ਨਹੀਂ ਸੀ ਮਿਲਿਆ। ਮੈਂ ਸੱਚ ਤੁਹਾਨੂੰ ਦੱਸਦਾ ਕਿ ਕੁਝ ਘੰਟੇ ਹੀ ਸੌਂਦਾ ਸੀ, ਸਾਰਾ ਮੈਂ ਪੜ੍ਹਦਾ ਸੀ, ਹਰ ਇੱਕ ਸਾਰਾ ਲਿਟਰੇਚਰ, ਭਾਸ਼ਾਵਾਂ ਪੜ੍ਹੀਆਂ, ਮੈਂ ਫਾਰਸੀ ਪੜ੍ਹੀ, ਮੈਂ ਸੰਸਕ੍ਰਿਤ ਪੜ੍ਹੀ, ਇਹ ਸਾਰੀਆਂ ਚੀਜ਼ਾਂ ਮੈਨੂੰ ਪੜ੍ਹਨੀਆਂ ਪਈਆਂ, ਕਿਉਂਕਿ ਇਸ ਤੋਂ ਬਿਨਾਂ ਗੁਰਮਤ ਜਾਂ ਸਿੱਖ ਲਿਟਰੇਚਰ ਜਾਂ ਧਾਰਮਿਕ ਲਿਟਰੇਚਰ 'ਤੇ ਸਟੱਡੀ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਹੀ ਲਓ, ਇਸ ਵਿੱਚ ਕਈ ਭਾਸ਼ਾਵਾਂ ਦੇ ਆਥਰ, ਰਾਈਟਰਸ, ਭਗਤ, ਉਹਨਾਂ ਦੀ ਬਾਣੀ ਹੈ। ਉਹਨਾਂ ਦੀ ਬਾਣੀ ਨੂੰ ਅੰਡਰਸਟੈਂਡ ਕਰਨ ਵਾਸਤੇ ਜਦ ਤੱਕ ਅਸੀਂ ਫਾਰਸੀ ਨਹੀਂ ਜਾਣਦੇ, ਜਦ ਤੱਕ ਇਸਲਾਮ ਦੇ ਸਾਰੀਆਂ ਪ੍ਰੋਬਲਮ ਤੇ ਸੂਫੀਆਂ ਦੀਆਂ ਪ੍ਰੋਬਲਮ ਨਹੀਂ ਸਮਝਦੇ, ਜਦ ਤੱਕ ਅਸੀਂ ਭਾਰਤੀ ਸੰਸਕ੍ਰਿਤੀ ਨੂੰ ਨਹੀਂ ਸਮਝੇ, ਭਾਰਤੀ ਚਾਹੇ ਉਹ ਵੇਦ ਨੇ, ਚਾਹੇ ਉਹ ਸਮ੍ਰਿਤੀਆਂ ਨੇ, ਚਾਹੇ ਉਹ ਰਾਮਾਇਣ ਹੈ, ਚਾਹੇ ਉਹ ਮਹਾਭਾਰਤ ਹੈ, ਜੇ ਇਹਨਾਂ ਦਾ ਅਧਿਐਨ ਨਹੀਂ ਕਰਦੇ ਤੇ ਅਸੀਂ ਉਹਨਾਂ ਨਾਲ ਜਸਟਿਸ ਨਹੀਂ ਕਰ ਸਕਦੇ। ਇਸ ਵਾਸਤੇ ਇਹਨਾਂ ਨੂੰ ਪੜ੍ਹਨ ਲਈ ਮੈਨੂੰ ਦਿਨ ਰਾਤ ਇੱਕੋ ਕਰ ਦਿੱਤਾ, ਸੌਣਾ ਤਾਂ ਨਸੀਬ ਹੀ ਨਹੀਂ ਸੀ ਹੁੰਦਾ। ਤੇ ਸਾਹਿਤਕ ਖੇਤਰ ਤੋਂ ਗੁਰਬਾਣੀ ਵਾਲੇ ਪਾਸੇ ਫਿਰ ਕਿਵੇਂ ਆਉਣਾ ਹੋਇਆ? ਇਹਦਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਜਿਸ ਵਕਤ ਉੱਥੇ ਗੌਰਮੈਂਟ ਕਾਲਜ ਹਿਸਾਰ ਗਿਆ ਤੇ ਉੱਥੇ ਸਾਰੇ ਗਾਊਨ ਪਾਉਂਦੇ ਸਨ ਟੀਚਰ ਜਿਹੜੇ ਵੀ ਕਲਾਸਾਂ ਵਿੱਚ ਜਾਂਦੇ ਸੀ, ਤੇ ਇੱਕ ਪ੍ਰਿੰਸੀਪਲ ਸੀ, ਉਹਨਾਂ ਦੇ ਡਿਫਰੈਂਟ ਗਾਊਨ ਸੀ। ਮੈਂ ਉੱਥੇ ਪੁੱਛਿਆ ਕਿ ਇਹ ਗਾਊਨ ਡਿਫਰੈਂਟ ਕਿਉਂ ਹੈ? ਉਹ ਕਹਿੰਦੇ PhD ਹੈ। ਫਿਰ ਮੈਂ ਕਿਹਾ ਮੈਂ ਵੀ PhD ਕਰਾਂਗਾ। ਬਸ ਇਹ ਤੋਨਾ ਆ ਗਈ ਮੇਰੇ ਸਾਹਮਣੇ। ਮੈਂ PhD ਕਰਨ ਵਾਸਤੇ ਭਾਈ ਜੋਤ ਸਿੰਘ ਹੋਰਾਂ ਸਾਰਿਆਂ ਨੂੰ ਕੰਟੈਕਟ ਕੀਤਾ। ਉਸ ਵਕਤ ਡਾਕਟਰ ਮੋਹਨ ਸਿੰਘ ਦੀਵਾਨਾ ਥੋੜ੍ਹੇ ਕਿਤੇ ਕਿਸੇ ਨੂੰ PhD ਨਹੀਂ ਸੀ ਕਰਨ ਦਿੰਦਾ। ਫਿਰ ਭਾਈ ਜੋਤ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ 15 ਸਬਜੈਕਟ ਦੇ ਦਿਓ, ਅਸੀਂ ਉਹਨਾਂ 'ਤੇ ਆਪ ਕਰਵਾ ਲਵਾਂਗੇ। ਉਹ ਸਬਜੈਕਟ ਦੀ ਲਿਸਟ ਭਾਈ ਜੋਤ ਸਿੰਘ ਨੇ ਮੈਨੂੰ ਦਿਵਾਈ ਤੇ ਉਸ ਵਿੱਚ 15 ਸਬਜੈਕਟ, ਪਹਿਲਾ ਸਬਜੈਕਟ ਸੀ ਪੰਜਾਬੀ ਨਾਟਕ ਉਤਪੱਤੀ ਤੇ ਵਿਕਾਸ। ਇਸ 'ਤੇ ਮੈਂ ਸਿਨਾਪਸਿਸ ਤਿਆਰ ਕੀਤੇ, ਕਰ ਕੇ ਮੈਂ ਦਿੱਲੀ ਡਾਕਟਰ ਹਰਭਜਨ ਸਿੰਘ ਪਾਸ ਗਿਆ। ਮੈਂ ਉਹਨਾਂ ਨੂੰ ਦਿਖਾਇਆ, ਉਹ ਕਹਿੰਦੇ ਇਹ ਸਬਜੈਕਟ ਕੁਛ ਨਹੀਂ। ਮੈਂ ਕਿਹਾ ਜੀ ਫਿਰ? ਕਹਿੰਦੇ ਉਹ ਲਿਸਟ ਲਿਆ, ਲਿਸਟ ਦਿੱਤੀ। ਉਸ ਲਿਸਟ ਦੇ ਵਿੱਚ ਇੱਕ ਸਬਜੈਕਟ ਸੀ ਹਿਸਟੋਰੀਕਲ ਐਪੀਸੋਡਸ ਇਨ ਦਾ ਦਸਮ ਗ੍ਰੰਥ। ਉਹ ਕਹਿੰਦੇ ਹਿਸਟੋਰੀਕਲ ਨਹੀਂ, ਇਹ ਪੌਰਾਣਿਕ ਐਪੀਸੋਡਸ ਨੇ ਔਰ ਇਹ ਸਬਜੈਕਟ ਠੀਕ ਹੈ ਕਿਉਂਕਿ ਉਹ ਮਾਮੂਲੀ ਚੀਜ਼ ਹੈ, ਨਾਟਕ ਵਗੈਰਾ। ਜਿਹੜਾ ਦਸਮ ਗ੍ਰੰਥ ਹੈ ਇਸ 'ਤੇ ਕੰਮ ਕਰੋ। ਵੱਡੀ ਚੀਜ਼ ਨਾਲ ਲੱਗ ਕੇ ਬੰਦਾ ਵੱਡਾ ਹੁੰਦਾ ਹੈ, ਛੋਟੀ ਚੀਜ਼ ਨਾਲ ਲੱਗ ਕੇ ਛੋਟਾ ਹੁੰਦਾ ਹੈ। ਅਤੇ ਮੈਂ ਉਸ 'ਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਅਸੀਂ ਸਬਜੈਕਟ ਬਣਾਇਆ ਇਨਫਲੂਐਂਸ ਆਫ ਦਾ ਪੁਰਾਣਾ ਆਨ ਦਾ ਦਸਮ ਗ੍ਰੰਥ। ਅਤੇ ਇਹ ਮੈਂ ਲੈ ਕੇ ਸਿਨਾਪਸਿਸ ਬਣਾ ਕੇ ਭਾਈ ਜੋਤ ਸਿੰਘ ਕੋਲ ਲੈ ਕੇ ਗਿਆ ਅਤੇ ਉੱਥੇ ਵਰਿਆਮ ਸਿੰਘ ਵਰੀ ਬੈਠੇ ਸੀ। ਉਹ ਕਹਿੰਦੇ ਇਹ ਜਿਹੜਾ ਸਬਜੈਕਟ ਹੈ ਇਹ ਤਾਂ ਸਭ ਕੁਝ ਠੀਕ ਹੈ, ਲੇਕਿਨ ਇਨਫਲੂਐਂਸ ਆਫ ਪੁਰਾਣਾ ਜੇ ਟਾਲਰੇਟ ਨਹੀਂ ਹੋਏਗਾ, ਇਹ ਬਦਲੋ। ਫਿਰ ਅਸੀਂ ਕਹੇ ਕ੍ਰਿਟੀਕਲ ਸਟੱਡੀ ਆਫ ਦਾ ਪੌਰਾਣਿਕ ਕੰਪੋਜੀਸ਼ਨ ਇਨ ਦਾ ਦਸ਼ਮ ਗ੍ਰੰਥ। ਇਹ ਮੈਂ ਸਬਜੈਕਟ ਬਣਾਇਆ ਅਤੇ ਇਸ 'ਤੇ ਮੈਨੂੰ ਭਾਈ ਜੋਤ ਸਿੰਘ ਨੇ ਕਿਹਾ ਕਿ ਤੈਨੂੰ ਮੋਹਨ ਸਿੰਘ ਦੀਵਾਨਾ ਨਹੀਂ ਕਰਨ ਦਿੱਤਾ, ਤੇਰੇ ਪਾਸ ਹਿੰਦੀ ਕੁਆਲੀਫਿਕੇਸ਼ਨ ਹੈ, ਤੂੰ ਉਸ ਹਿੰਦੀ ਦੇ ਮਾਧਿਅਮ ਰਾਹੀਂ ਪੰਜਾਬੀ ਦੇ ਸਬਜੈਕਟ 'ਤੇ ਕੰਮ ਕਰ ਲੈ। ਫਿਰ ਉਹਨਾਂ ਨੇ ਉਸ ਵਕਤ ਦੇ ਹਿੰਦੀ ਹੈੱਡ ਡਾਕਟਰ ਇੰਦਰਨਾਥ ਮਦਾਨ ਨੂੰ ਚਿੱਠੀ ਦਿੱਤੀ ਕਿ ਇਹਨੂੰ ਰਜਿਸਟਰ ਕਰੋ। ਮੈਂ ਉਹਨਾਂ ਦੇ ਪਾਸ ਗਿਆ, ਰਜਿਸਟਰ ਹੋਇਆ ਔਰ ਮੈਂ 58 ਦੇ ਮਾਰਚ ਵਿੱਚ ਜੁਆਇਨ ਕਰਦਾ ਹਾਂ ਗੌਰਮੈਂਟ ਕਾਲਜ ਹਿਸਾਰ ਅਤੇ ਜਨਵਰੀ 'ਚ ਮੇਰੀ 59 ਵਿੱਚ ਮੇਰੀ ਰਜਿਸਟਰਿੰਗ ਔਰ ਮੈਂ ਕੰਮ ਸ਼ੁਰੂ ਕਰ ਦਿੱਤਾ। ਔਰ ਕੰਮ ਕਰਨ ਵਾਸਤੇ ਮੈਨੂੰ ਆਪਣੇ ਗਾਈਡ ਨੇ ਕਿਹਾ ਕਿ ਇੱਕ ਆਰਟੀਕਲ 20 ਸਫ਼ਿਆਂ ਦਾ ਲਿਖ ਕੇ ਮੈਨੂੰ ਦੇ ਦਿਓ ਤਾਂ ਕਿ ਮੈਂ ਦਸਮ ਗ੍ਰੰਥ ਨੂੰ ਸਮਝ ਤਾਂ ਸਕਾਂ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸ਼ੌਕ ਨਾਲ ਕਰ ਰਿਹਾ, ਮਜਬੂਰੀ ਨਾਲ ਨਹੀਂ ਕਰ ਰਿਹਾ, ਮੈਨੂੰ ਕਰਨ ਦਿਓ, ਤੁਸੀਂ ਆਪਣੀਆਂ ਰਿਪੋਰਟਾਂ ਭੇਜਦੇ ਰਹਿਣਾ। ਅਤੇ 1.5 ਸਾਲ ਕੇ ਪੌਣੇ 2 ਸਾਲ ਲੰਘੇ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਥੀਸਿਸ ਤਿਆਰ ਹੈ, ਮੈਨੂੰ ਅਫਸਰ ਦਿਓ ਮਿਲਾਂ। ਉਹਨੇ ਮੈਨੂੰ ਆਪਣੇ ਘਰ ਰੱਖਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਸੁਣਦਾ ਸੀ, ਸਾਰਾ ਕੁਝ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰੀਕੇ ਨਾਲ ਔਕੜਾਂ ਆਈਆਂ, ਉਹ ਸਾਲਵ ਹੋਈਆਂ ਔਰ ਸਾਰੇ ਬੰਦਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਮੇਰੀ ਸਹਾਇਤਾ ਕੀਤੀ। ਮੈਂ ਅੱਗੇ ਵੱਧਦਾ ਚਲਾ ਆਇਆ। ਇਸ ਤਰੀਕੇ ਨਾਲ ਮੈਂ ਥੀਸਿਸ ਸਬਮਿਟ ਕੀਤਾ। ਥੀਸਿਸ ਸਬਮਿਟ 'ਤੇ ਮੈਨੂੰ ਵਾਈਵਾ ਨਹੀਂ ਹੋਇਆ ਕਿ ਠੀਕ ਹੈ ਇਸ ਨੂੰ ਵਾਈਵਾ ਨਹੀਂ ਲੈਣਾ, ਔਰ ਉਸ ਦੀ ਰਿਪੋਰਟ ਜਿਹੜੀ ਹੈ ਡੀਲਿਟ PhD ਦੇ ਥੀਸਿਸ ਦੀ ਡਾਕਟਰ ਹਜ਼ਾਰੀ ਪ੍ਰਸਾਦ ਔਰ ਨੇ ਮੈਨੂੰ ਭੇਜਿਆ ਔਰ ਇਹ ਮੇਰੀ ਬਾਇਓਗ੍ਰਾਫੀ ਵਿੱਚ ਆਖਿਰ 'ਤੇ ਅਪੈਂਡਿਕਸ ਲੱਗਿਆ ਹੋਇਆ। ਤੁਸੀਂ ਪੜ੍ਹੋ ਕਿ ਉਸ ਵਕਤ ਮੇਰੀ ਇਹ ਥੀਸਿਸ ਦੇ ਬਾਰੇ ਕੀ ਰਾਏ ਬਣੀ ਸੀ। ਔਰ ਇਸ ਵਕਤ ਪੰਜਾਬ ਯੂਨੀਵਰਸਿਟੀ ਜਿਤਨੇ PhD ਦੇ ਥੀਸਿਸ ਨੇ ਉਹਨਾਂ ਤੋਂ ਬੈਸਟ ਰਿਪੋਰਟ ਕੰਸੀਡਰ ਕੀਤੀ ਜਾਂਦੀ। ਤਾਂ ਇਸ ਤਰੀਕੇ ਨਾਲ ਮੈਂ ਰਿਸਰਚ 'ਚ ਪੈ ਗਿਆ, PhD 'ਤੇ ਸ਼ੁਰੂ ਹੋ ਗਿਆ। ਉਹ PhD 4-5 ਸਾਲ
ਉੱਥੇ ਨੌਕਰੀ ਕੀਤੀ। ਫਿਰ ਯੂਨੀਵਰਸਿਟੀ ਖੁੱਲ੍ਹ ਗਈ। ਮੈਂ ਕਿਹਾ ਚੱਲ ਯੂਨੀਵਰਸਿਟੀ ਹੁਣ ਚੱਲਦੇ। ਯੂਨੀਵਰਸਿਟੀ ਮੈਂ ਆਉਂਦੇ ਸਿਲੈਕਟ ਹੋ ਗਿਆ। ਲੇਕਿਨ ਯੂਨੀਵਰਸਿਟੀ 'ਚ ਆਇਆ ਤੇ ਇੱਥੇ ਦੇਖਿਆ ਕਿ ਹੋਰ ਵੀ PhD ਨੇ। ਫਿਰ ਮੈਂ ਮਨ ਬਣਾ ਲਿਆ ਕਿ ਹੁਣ ਡੀਲਿਟ ਕਰਨੀ ਹੈ। ਦਸਮ ਗ੍ਰੰਥ ਵੇਲੇ ਵੀ ਮੈਂ ਸਾਰਾ ਹਿੰਦੁਸਤਾਨ ਗਾ ਲਿਆ ਸੀ। ਅਤੇ ਜਿਸ ਗੁਰੂ ਨਾਨਕ ਸਾਹਿਬ 'ਤੇ ਮੈਂ ਡੀਲਿਟ ਕਰਨੀ ਚਾਹੀ। ਗੁਰੂ ਨਾਨਕ ਉਸ ਵਕਤ ਮੇਰੇ ਦਿਮਾਗ ਵਿੱਚ ਇਹ ਆਇਆ ਕਿ ਫਿਰ ਸਾਰਾ ਉਦਾਸੀਆਂ ਦੇ ਚੱਕਰ ਕੱਟੋ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਸੀ ਉਹ ਸਾਰੇ ਮੈਂ ਘੁੰਮਣੇ ਸ਼ੁਰੂ ਕਰਤੇ। ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ। ਇਹ ਸਾਰੀ ਇਕੱਠੀ ਕਰਕੇ ਫਿਰ ਮੈਂ ਮਗਧ ਯੂਨੀਵਰਸਿਟੀ ਦੇ ਵਿੱਚ ਜਾ ਕੇ ਡੀਲਿਟ ਲਈ ਰਜਿਸਟ੍ਰੇਸ਼ਨ ਮੇਰੀ ਹੋਈ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮਗਧ ਯੂਨੀਵਰਸਿਟੀ ਨਾ ਕੋਈ ਮੇਰਾ ਵਾਕਫ ਨਾ ਕਰ। ਉੱਥੇ ਮੈਂ ਜਾ ਕੇ ਬੈਠਾ। ਉਸ ਦਿਨ ਤੁਲਸੀ ਰਾਮਾਇਣ ਜਿਹੜਾ ਹੈ ਇਸ 'ਤੇ ਕੋਈ ਫੰਕਸ਼ਨ ਚੱਲ ਰਿਹਾ ਸੀ। ਤਾਂ ਮੈਂ ਵੀ ਉੱਥੇ ਗਿਆ। ਉਹਨਾਂ ਨੇ ਮੈਨੂੰ ਬੁਲਾਇਆ ਤਾਂ ਨਹੀਂ, ਪਰ ਅਖੀਰ 'ਤੇ ਮੈਂ ਜਾ ਕੇ ਚੁੱਪ ਕਰਕੇ ਬੈਠ ਗਿਆ। तो जड़ा उतो का डीन से वो कहता आज हमारा सौभाग्य है कि पंजाब से एक विद्वान आए हुए हैं, आज का ये जो फंक्शन है उनके लेक्चर से प्रारंभ करेंगे। मैं घबरा गया, पसीना पसीना हो गया कि मैं इन्होंने विद्वानों में की कराँगा। खैर मैंने उन्होंने स्टेज पर बुला लिया। स्टेज पर जान ते जड़े मेरे 2 मिनट लगे तो 3 मिनट मेरे लगे उत्थे एक इनके भाषण से पहले फलां जो महिला है वो एक तुलसी का पद गान करेंगी। इन्हें 5 मिनट मैं मन बना लिया और मेरा पहला सेंटेंस सी कि तुलसी रामायण बारे। और मैं कहा कि पंजाब एक ऐसा प्रदेश है जिसमें गुरु ग्रंथ साहब एक वट वृक्ष है, बोर्ड का दरख्त है, वट वृक्ष है, उसके नीचे और कोई पौधा पनप नहीं सकता। केवल रामचरितमानस है जो किसी न किसी रूप में गलियों में, महलों में, मंदिरों में जिसका पठन पाठन होता रहा था। बस इतना कहने की देर से ताड़ी बज गई। सारे ने फिर सुनना चाहा और मैं 15 मिनट बोलिया और मैं दस दिता कि पंजाब की स्थिति है और उत्थे रामचरितमानस की स्थिति है और गुरु ग्रंथ साहब की स्थिति है। और ये सारा कुछ असल मैं बोल चुकिया। तो वो जो 2 स्कॉलर आए हुए सी बनारस तो उन्होंने अपन कवितावां सुना के पिछा छुड़ाया। तो जिस वक्त ये सारा समागम खत्म हो गया वो सारे स्कॉलर तुर पे बौद्ध गया के मंदिर देखने वास्ते। हाली निकले ही मील के चले होने हैं। तो वो जो डीन साहब ने वो पूछते सरदार जी कहाँ हैं? वो सरदार जी तो आए ही नहीं। फिर वापस आए, मैनू नाल लैके गए और मैनू डीन साहब ने अपने कोल बिठा के अंदर आपके भाषण ने पंजीकरण का की समस्या का समाधान कर दिया। अब कोई भी कमेटी होगी उसमें कोई भी आपका विरोध नहीं करेगा, सब कहेंगे हमने सुना हुआ है, इनको कर दो। इस तरीके ना मैं उत्थे डीलिट वास्ते दाखिल होया और मैं गुरु नानक व्यक्तित्व, कृतित्व और चिंतन इस ते डीलिट की। वो भी डीलिट का एक नमूना उन्होंने थीसिस मेरा रखा हुआ कि एक विद्वान बाहरों आया सी तो वो ਇਹ ਥੀਸਿਸ ਲੈ ਕੇ ਗਿਆ। ਤੁਹਾਡੀ ਜ਼ੁਬਾਨੀ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦਰਸ਼ਕਾਂ ਨੂੰ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਕਾ, ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਤੁਲਸੀ ਰਾਮਾਇਣ ਦਾ ਅਨੁਵਾਦ, ਐਸੇ ਕਿਹੜੇ ਹੋਰ ਜਿਹੜੇ ਵੱਡੇ ਜਿਹੜੇ ਪ੍ਰੋਜੈਕਟ ਨੇ ਜਾਂ ਕਹਿ ਲਈਏ ਕਿ ਉਹ ਸੇਵਾਵਾਂ ਨੇ? ਕਿਉਂਕਿ ਮੈਮ ਨੇ ਵੀ ਦੱਸੀ ਕਿ ਇਹ ਉਹ ਤਪੋ ਭੂਮੀ ਹੈ ਜਿੱਥੇ ਤੁਸੀਂ ਐਡਾ ਇਹ ਕਾਰਜ ਕੀਤਾ। ਦੇਖੋ ਗੱਲ ਇਹ ਹੈ ਕਿ ਜਿਸ ਵਕਤ ਮੈਂ ਗੁਰੂ ਨਾਨਕ ਸਾਹਿਬ ਤੇ ਕੰਮ ਕਰ ਲਿਆ ਤੇ ਦਸਮ ਗ੍ਰੰਥ ਤੇ ਕਰ ਲਿਆ, ਸਾਰਾ ਸਿੱਖ ਲਿਟਰੇਚਰ ਜਿਹੜਾ ਹੈ ਮੈਂ ਸਾਰਾ ਪੜ੍ਹ ਲਿਆ। तो उस वक्त मेरा हर पास मन जिहड़ा है उतों हट के गुरबाणी नाल आके जुड़ गया। तो जिस वेले गुरबाणी नाल जुड़िया तो गुरबाणी दी सब तो श्रेष्ठ रचना जिहड़ी है वो गुरु ग्रंथ साहब है। और मैं तुहानूं ये दस रहा कि गुरु ग्रंथ साहब विच मनुखता दे कल्याण लई, मनुखता नूं ठीक राह ते पाउण लई संदेश दिता गया है। ये सारी वाणी मनुखता दे कल्याण लई है और ये मनुखता दे कल्याण लई गुरु ग्रंथ साहब सदा सदा मौजूद है। और मैं तुहानूं सच्ची गल दसदा है कि जब तक दुनिया दे विच मनुख कायम है इन्हें गलतियां भी करनियां है, इन्हां गलतियां दा सुधार करने वास्ते कोई उपदेश भी चाहिए और वो उपदेश सब तो श्रेष्ठ ढंग नाल गुरु ग्रंथ साहब विच है। और जद तक मनुख कायम है उहदियां गलतियां कायम ने, उदों तक गुरु ग्रंथ साहब दा संदेश कायम है और उदों तक गुरु ग्रंथ साहब दी रेलेवेंसी बनी हुई है। इस तरीके नाल गुरु ग्रंथ साहब का जो संदेश सी इसनूं मैं किसी न किसी तरीके नाल व्याख्या करना है, टीका करना है या किसी न किसी ढंग नाल मैं
ਇਹਨੂੰ ਅੱਗੋਂ ਤੋਰਿਆ ਤਾਂ ਕਿ ਲੋਕ ਇਸ ਨੂੰ ਫਾਲੋ ਕਰਨ, ਇਹਨੂੰ ਸਮਝਣ। ਮੇਰੇ ਸਾਹਮਣੇ ਉਦੋਂ ਕਈ ਟੀਕੇ ਅਵੇਲੇਬਲ ਸਨ, ਲੇਕਿਨ ਟੀਕਾ ਕਰਨ ਵਾਲੇ ਜਿਹੜੇ ਨੇ ਉਹ ਬਸ ਬੈਠ ਜਾਂਦੇ ਆ, ਟੀਕਾ ਕਰੀ ਜਾਂਦੇ, ਉਹ ਚੱਲ ਅੱਗੇ। ਲੇਕਿਨ ਉਹ ਨਹੀਂ ਸੋਚਦੇ ਕਿ ਇਹਨਾਂ ਗ੍ਰੰਥਾਂ ਦੇ ਕੰਮ ਕਰਨ ਵਾਸਤੇ ਪਹਿਲੇ ਭਾਸ਼ਾਵਾਂ ਸਾਰੀਆਂ ਜਾਣਨੀਆਂ ਪੈਂਦੀਆਂ, ਫਿਰ ਸਾਰੇ ਹਿੰਦੁਸਤਾਨ ਵਿੱਚ ਜੋ ਵੀ ਧਰਮ ਪ੍ਰਚਾਰ ਜਾਂ ਸਾਰੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਉਸ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ। ਇਸਲਾਮ ਨੂੰ ਸਮਝਣਾ ਚਾਹੀਦਾ ਹੈ, ਸੂਫੀ ਮਤ ਨੂੰ ਸਮਝਣਾ ਚਾਹੀਦਾ ਹੈ। ਅਤੇ ਇਸ ਤਰੀਕੇ ਨਾਲ ਮੈਂ ਸਾਰੀ ਸਟੱਡੀ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਜਾਂ ਇਸ ਨਾਲ ਸੰਬੰਧਿਤ ਸਾਰੀਆਂ ਰਚਨਾਵਾਂ ਪੜ੍ਹੀਆਂ ਔਰ ਇਹਨਾਂ ਦੇ ਐਨਾਲਿਸਿਸ ਕਰਨੀ ਸ਼ੁਰੂ ਕੀਤੀ। ਕਿਹੜੇ ਨੇ ਉਹ ਜਿਹੜੇ ਮੇਨ ਕਾਰਜ ਜਿਹੜੇ ਕੀਤੇ? ਮੈਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪੰਜਾਬੀ 'ਚ ਟੀਕਾ ਕੀਤਾ। ਪਹਿਲੇ ਮੈਂ ਲਾਈਨ ਟੂ ਲਾਈਨ ਅਰਥ ਕੀਤੇ ਸੀ, ਫਿਰ ਮੈਨੂੰ ਸਾਰਿਆਂ ਵਿਦਵਾਨਾਂ ਨੇ ਕਿਹਾ ਕਿ ਤੁਸੀਂ ਤਾਂ ਡਿਟੇਲ ਅਰਥ ਕਰਕੇ ਦਿਓ। ਫਿਰ ਭਾਵ ਪ੍ਰਬੋਧਨੀ ਟੀਕਾ 8 ਵਾਲੀਆਂ ਵਿੱਚ ਮੈਂ ਤਿਆਰ ਕੀਤਾ। ਇਸੇ ਤਰੀਕੇ ਨਾਲ ਦਸਮ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਹਿੰਦੀ ਵਿੱਚ ਵੀ ਕੀਤਾ 5 ਵਾਲੀਅਮ ਵਿੱਚ, ਇਹ ਵੀ ਮਾਰਕੀਟ ਵਿੱਚ ਪਿਆ ਹੋਇਆ। ਇਸ ਤੋਂ ਇਲਾਵਾ ਦਸਮ ਗ੍ਰੰਥ ਦਾ ਮੈਂ ਪੰਜਾਬੀ ਵਿੱਚ ਕੀਤਾ। ਦਿੱਲੀ ਬਾਬਾ ਬਿਰਸਾ ਸਿੰਘ ਹੋਰਾਂ ਨੇ ਉਸ ਦਾ ਪ੍ਰਕਾਸ਼ਨ ਕੀਤਾ। ਫਿਰ ਮੈਂ ਉਸ ਦਾ ਹਿੰਦੀ ਦੇ ਨਾਲ ਦੂਸਰਾ ਕੰਮ ਜਿਹੜਾ ਕੀਤਾ ਉਹ ਇਹ ਹੈ ਕਿ ਇਹ ਟੀਕਾ ਜਿਹੜਾ ਹੈ ਇਹ ਹਰ ਪਾਸੇ ਪਹੁੰਚੇ, ਔਰ ਇਸ ਲਈ ਮੈਂ ਜਿਸ ਵਕਤ ਉਹਨਾਂ ਨੂੰ ਪੰਜਾਬੀ ਹਿੰਦੀ ਦਾ ਦਿੱਤਾ ਤਾਂ 2 ਵਾਲੀਅਮ ਛਪੀਆਂ ਸੀ। ਬਾਬਾ ਜੀ ਦਾ ਦੇਹਾਂਤ ਹੋ ਗਿਆ, ਉਹ ਪ੍ਰੋਬਲਮ ਰਹੀ, ਲੇਕਿਨ ਮੈਂ ਉਹਨਾਂ ਨੂੰ ਤਿਆਰ ਕਰਕੇ ਦੇ ਦਿੱਤਾ ਹੈ ਔਰ ਉਹ ਛਪ ਰਿਹਾ ਹੈ। ਇਸ ਤਰੀਕੇ ਨਾਲ ਭਾਈ ਗੁਰਦਾਸ ਦੀਆਂ ਵਾਰਾਂ ਲਓ ਜਾਂ ਹੋਰ ਈਵਨ ਜਿਹੜੀਆਂ ਜਨਮ ਸਾਖੀਆਂ ਨੇ ਉਹਨਾਂ ਨੂੰ, ਜੋ ਵੀ ਸਿੱਖ ਲਿਟਰੇਚਰ ਨਾਲ ਸੰਬੰਧਿਤ ਆਇਆ ਮੈਂ ਸਭ ਤੋਂ ਕੰਮ ਜਿਹੜਾ ਇੰਪੋਰਟੈਂਟ ਹੈ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਕਈ ਕੁਐਸਚਨ ਪੈਦਾ ਹੁੰਦੇ, ਕਈ ਕੁਐਰੀਜ਼ ਹੁੰਦੀਆਂ, ਕਈ ਜਾਣਕਾਰੀ ਚਾਹੀਦੀ। ਮੈਂ ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਕਿਸਮ ਦਾ ਸੰਦਰਭ ਕੋਸ਼ ਜਾਂ ਇਹ ਕਹਿ ਲਓ ਕਿ ਵਿਸ਼ਵ ਕੋਸ਼ ਤਿਆਰ ਕੀਤਾ ਔਰ 2 ਵਾਲੀਅਮ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ। ਫਿਰ ਮੈਂ ਸਿੱਖ ਪੰਥ ਵਿਸ਼ਵ ਕੋਸ਼, ਇਸ ਦੇ ਵਿੱਚ 3000 ਐਂਟਰੀ ਹੈ ਸਿੱਖ ਧਰਮ ਬਾਰੇ, ਸਿੱਖ ਜੀਵਨ ਬਾਰੇ, ਸਿੱਖ ਰਚਨਾਵਾਂ ਬਾਰੇ, ਸਿੱਖ ਧਰਮ ਦੇ ਮੁੱਖ ਨੇਤਾਵਾਂ ਬਾਰੇ, ਸਮੱਸਿਆਵਾਂ ਬਾਰੇ, ਉਸ ਵਿੱਚ ਸਾਰੀਆਂ ਐਂਟਰੀਆਂ ਨੇ। ਔਰ ਜੋ ਸਿੱਖ ਧਰਮ ਬਾਰੇ ਜਾਣਨਾ ਚਾਹੁੰਦਾ ਹੈ ਉਸ ਦਾ ਇੱਕ ਅੰਗ ਪਰਖ ਲੈ, ਦੇਖ ਲੈ, ਸਾਰੀ ਤਸੱਲੀ ਹੋ ਜਾਂਦੀ। ਦੇਸ਼ ਦਾ ਸਰਵਉੱਚ ਅਵਾਰਡ ਜਿਹੜਾ ਪਦਮ ਸ਼੍ਰੀ ਤੁਹਾਨੂੰ ਮਿਲਣ ਜਾ ਰਿਹਾ ਹੈ, ਤੇ ਇਸ 95 ਸਾਲ ਦੀ ਜਿਹੜਾ ਸਫ਼ਰਨਾਮਾ ਇਹਨੂੰ ਦੇਖਿਆ ਜਾਵੇ, ਜਿਹੜੇ ਅਵਾਰਡ ਨੇ, ਵੱਡੇ ਅਵਾਰਡ ਨੇ ਜਿਹੜੇ ਉਹ ਤੁਹਾਨੂੰ ਹੁਣ ਤੱਕ ਜਿਹੜੀ ਪ੍ਰਾਪਤ ਹੋਏ ਨੇ? ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਵਕਤ ਮੈਨੂੰ ਦੋ ਤਾਂ ਆਨਰਸ ਕਾਸਾ ਡੀਲਿਟ ਡਿਗਰੀਆਂ ਮਿਲ ਚੁੱਕੀਆਂ। ਇੱਕ ਡੀਲਿਟ ਮੇਰੇ ਪਾਸ ਪਹਿਲੀ ਹੈ, 2 ਹੋਰ ਮਿਲ ਗਈਆਂ। ਇਸ ਤੋਂ ਬਾਅਦ ਕਈ ਹੋਰ ਅਵਾਰਡ ਮਿਲੇ। ਪੰਜਾਬ ਗੌਰਮੈਂਟ ਦਾ ਸਭ ਤੋਂ ਵੱਡਾ ਅਵਾਰਡ ਜਿਹੜਾ ਹੈ ਉਹ ਹੈ ਪੰਜਾਬ ਦਾ ਸਾਹਿਤ ਰਤਨ, ਉਹ ਵੀ ਮੈਨੂੰ ਮਿਲ ਚੁੱਕਿਆ। ਔਰ ਇਸ ਤੋਂ ਇਲਾਵਾ ਦਿੱਲੀ ਦਾ ਜਿਹੜਾ ਸਾਹਿਤ ਅਕੈਡਮੀ ਦਾ ਅਵਾਰਡ ਹੈ ਉਹ ਤੁਲਸੀ ਰਾਮਾਇਣ ਦਾ ਜਿਹੜਾ ਟੀਕਾ ਕੀਤਾ ਸੀ ਉਸ 'ਤੇ ਮੈਨੂੰ ਮਿਲ ਗਿਆ। ਮੈਨੂੰ ਦਿੱਲੀ ਸਰਕਾਰ ਦੇ ਜਿਹੜਾ ਪੰਜਾਬੀ ਦਾ ਹੈ ਡਿਪਾਰਟਮੈਂਟ, ਉੱਥੋਂ ਵੀ ਮੈਨੂੰ ਮਿਲ ਗਿਆ। ਯੂਪੀ ਤੋਂ ਮੈਨੂੰ ਸੌਹਾਰਦ ਪੁਰਸਕਾਰ ਮਿਲ ਗਿਆ। ਹੋਰ ਵੀ ਜਿੱਥੋਂ ਹੁਣ ਰੀਸੈਂਟਲੀ ਮੈਨੂੰ ਪੰਜਾਬ ਦਾ ਗੌਰਵ ਜਿਹੜਾ ਹੈ ਇਹ ਕਲਾ ਭਵਨ ਤੋਂ ਮਿਲ ਗਿਆ। ਇਸੇ ਤਰੀਕੇ ਨਾਲ ਕਿਤਨੇ ਹੀ ਅਵਾਰਡ ਇਹਨਾਂ ਨੇ, ਨਿਰਮਲੇ ਨੇ, ਹੋਰ ਸਾਧ ਸੰਤ ਜਿਹੜੇ ਨੇ ਡੇਰਿਆਂ ਵਾਲੇ, ਉਹ ਮੈਨੂੰ ਸਨਮਾਨਿਤ ਕਰ ਰਹੇ। ਇਹ ਤਾਂ ਤੁਸੀਂ ਸੱਚ ਦੱਸੋ ਕਿ ਇੰਨੇ ਹੈ ਕਿ ਮੈਂ ਆਪ ਹੀ ਕਾਊਂਟਿੰਗ ਨਹੀਂ ਕਰ ਸਕਦਾ। ਮੈਂ ਜਿੰਨਾ ਲਿਖਿਆ, ਕਿਤਾਬਾਂ ਲਿਖੀਆਂ, ਮੈਂ ਆਪ ਹੀ ਕਦੀ ਸੋਚ 'ਚ ਪੈ ਜਾਂਦਾ ਸੱਚਮੁੱਚ ਇਹ ਮੈਂ ਲਿਖਿਆ, ਪਰ ਨਹੀਂ, ਇਹ ਤਾਂ ਪਰਮਾਤਮਾ ਨੇ ਲਿਖਾਈਆਂ। ਮੈਂ ਤਾਂ ਸੇਵਕ ਦੀ ਇੱਕ ਡਿਊਟੀ ਨਿਭਾਈ ਹੈ। ਡਾਕਟਰ ਸਾਹਿਬ, ਅੱਜ ਦੇ ਯੁੱਗ ਦੇ ਵਿੱਚ, ਕਿਉਂਕਿ ਤੁਸੀਂ ਖੁਦ ਪੜ੍ਹਾਇਆ ਵੀ ਹੈ, ਅੱਜ ਦੇ ਯੁੱਗ 'ਚ ਪ੍ਰੋਫੈਸਰੀ ਨੂੰ ਉਹਨਾਂ ਵੇਲਿਆਂ ਦੇ ਨਾਲੋਂ ਹਟ ਕੇ ਦੇਖਿਆ ਜਾਵੇ ਤੇ ਬੜੀ ਸੁਖਤ ਜੀ ਨੌਕਰੀ ਜਿਹੜਾ ਉਹ ਕਿਹਾ ਜਾਂਦਾ, ਤੇ ਖਾਸ ਤੌਰ ਤੇ ਰਿਟਾਇਰਮੈਂਟ ਤੋਂ ਬਾਅਦ ਹੋਰ ਵੀ ਆਰਾਮਦਾਇਕ ਮੰਨਿਆ ਜਾਂਦਾ ਹੈ। 95 ਸਾਲ ਦੀ ਤੁਹਾਡੀ ਉਮਰ ਹੋ ਚੁੱਕੀ ਹੈ ਤੇ ਹਜੇ ਤੱਕ ਵੀ ਤੁਸੀਂ ਸੁਹਿਰਦੋ ਖੋਜ ਜਿਹੜਾ ਉਹ ਕਰਦੇ ਪਏ ਹੋ। ਆਪਣੇ ਸਮਿਆਂ ਤੋਂ ਅੱਜ ਦੇ ਸਮੇਂ ਦੇ ਨਾਲ ਇਸ ਅਧਿਆਪਨ ਜਿਹੜਾ ਖੇਤਰ ਹੈ, ਇਸ ਨੂੰ ਬਦਲਾਵ ਤੇ ਜਾਂ ਕਹਿ ਲਈਏ ਕਿ ਕਿੰਨਾ ਕਿ ਇਸ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਆਈ ਹੈ? ਗੱਲ ਇਹ ਹੈ ਕਿ ਜਿਸ ਵਕਤ ਮੈਂ ਸੋਚਿਆ ਕਿ ਮੈਨੂੰ ਯੂਨੀਵਰਸਿਟੀ ਵਿੱਚ ਜਾਵਾਂ, ਇੱਥੋਂ ਕਾਲਜ ਦੀ ਨੌਕਰੀ ਛੱਡ ਕੇ, ਮੇਰੇ ਸਾਹਮਣੇ ਇੱਕ ਸੀ, ਉਸ ਵਕਤ ਯੂਨੀਵਰਸਿਟੀ ਕੁਝ ਸਮਝੀ ਜਾਂਦੀ ਸੀ, ਯੂਨੀਵਰਸਿਟੀ 'ਚ ਵਿਦਵਾਨ ਸਮਝੇ ਜਾਂਦੇ ਸੀ। ਲੇਕਿਨ ਜਿਉਂ-ਜਿਉਂ
ਵਿਦਵਾਨਾਂ ਵਾਲੀ ਗੱਲ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਗਈ, ਅਤੇ ਜਿਹੜਾ ਕੋਈ PhD ਕਰ ਲੈਂਦਾ ਸੀ ਉਹ ਯੂਨੀਵਰਸਿਟੀ 'ਚ ਸਰਵਿਸ ਕਰ ਲੈਂਦਾ ਸੀ। ਅੱਗੇ ਯੂਨੀਵਰਸਿਟੀ ਜਿਹੜੇ ਟਾਪ ਸਕਾਲਰ ਹੁੰਦੇ ਸੀ ਉਹਨਾਂ ਤੋਂ ਤਸੱਲੀ ਹੋ ਜਾਂਦੀ ਸੀ, ਉਹਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਸੀ ਕਿ ਇਹ ਕਿੰਨੇ ਗਿਆਨ ਦੇ ਮਾਲਕ ਨੇ। ਉਹ ਫਿਰ ਬਦਲਦਾ ਗਿਆ, ਲੋਕਾਂ ਦਾ ਸੁਭਾਅ ਬਦਲਦਾ ਗਿਆ, ਤਨਖਾਹਾਂ 'ਤੇ ਰੁਕ ਗਏ। ਲੇਕਿਨ ਪਹਿਲੇ ਵਿਦਵਾਨ ਜਿਹੜੇ ਸੀ ਯੂਨੀਵਰਸਿਟੀਆਂ 'ਚ ਪੈਨਸ਼ਨ ਵੀ ਨਹੀਂ ਸੀ ਹੁੰਦੀ, ਯੂਨੀਵਰਸਿਟੀਆਂ ਦੇ ਵਿੱਚ ਉਹ ਆਪਣੇ ਆਪ ਨੂੰ ਅਰਪਿਤ ਕਰਦੇ ਸੀ। ਲੇਕਿਨ ਹੁਣ ਜਿਹੜਾ ਹੈ ਉਹ ਅਰਪਿਤ ਵਾਲਾ ਤਾਂ ਗੱਲ ਹੀ ਨਹੀਂ, ਤਨਖਾਹ ਮਿਲਦੀ ਹੈ, ਪੈਨਸ਼ਨ ਮਿਲਦੀ, ਚੱਲ ਠੀਕ ਹੈ, ਔਰ ਥੋੜ੍ਹਾ ਬਹੁਤਾ ਕੰਮ ਕਰ ਲੈਂਦੇ ਨੇ। ਇਹ ਜਿਸ ਵਕਤ ਰਿਟਾਇਰ ਹੋ ਜਾਂਦੇ ਹੈ ਉਹਨਾਂ ਨੂੰ ਪੈਸੇ ਮਿਲ ਜਾਂਦੇ, ਉਹਨਾਂ ਨੂੰ ਕਦੀ ਕੋਈ ਆਰਟੀਕਲ ਲਿਖ ਦਿੱਤਾ, ਕਦੀ ਕੋਈ ਭੁੱਲੇ ਭੁਲੇਖੇ ਕਿਤਾਬ ਲਿਖ ਦਿੱਤੀ। ਅਦਰਵਾਈਜ਼ ਹੁਣ ਲੋਕਾਂ ਦਾ ਸ਼ੌਕ ਘੱਟ ਕੇ ਲਿਖਣ ਦੇ ਪੜ੍ਹਨ ਦੇ ਵਿੱਚ, ਨਾ ਕੋਈ ਪੜ੍ਹਦਾ ਹੈ ਨਾ ਕੋਈ ਲਿਖਦਾ ਹੈ। ਕਿਉਂ? ਉਹਨਾਂ ਨੂੰ ਤਾਂ ਪੈਸੇ ਮਿਲਣੇ ਹੈ, ਪੈਨਸ਼ਨ ਹੀ ਮਿਲਣੀ ਹੈ। ਜਦ ਤੱਕ ਅਸੀਂ ਪੂਰੀ ਡਿਵੋਸ਼ਨ ਦੇ ਨਾਲ ਸਾਰੇ ਸਾਹਿਤ ਦਾ ਅਧਿਐਨ ਕਰਕੇ ਜਾਂ ਆਪਣੇ ਸਬਜੈਕਟ ਦਾ ਅਧਿਐਨ ਕਰਕੇ ਯੂਨੀਵਰਸਿਟੀਆਂ 'ਚ ਕੰਮ ਨਹੀਂ ਕਰਾਂਗੇ, ਤਦ ਤੱਕ ਪ੍ਰੋਫੈਸਰ ਦੀ ਗਤੀ ਨਹੀਂ ਹੁੰਦੀ, ਪ੍ਰੋਫੈਸਰ ਦਾ ਮਹੱਤਵ ਪ੍ਰਦਰਸ਼ਿਤ ਨਹੀਂ ਹੁੰਦਾ। ਪ੍ਰੋਫੈਸਰ ਤਾਂ ਕੁਝ ਸਾਡੇ ਸਾਹਮਣੇ ਰੱਖਣ ਵਾਲਾ ਹੈ, ਅਤੇ ਜੇ ਉਹ ਰੱਖਣ ਤੋਂ ਹਟ ਗਿਆ ਤਾਂ ਫਿਰ ਉਹਦੀ ਕਾਹਦੀ ਪ੍ਰੋਫੈਸਰੀ ਹੈ। ਇਸ ਵਾਸਤੇ ਹਮੇਸ਼ਾ ਵਕਤ ਦੇ ਬਦਲਣ ਨਾਲ ਐਟੀਚਿਊਡ, ਜੀਵਨ ਦੇ ਉਦੇਸ਼ ਬਦਲਦੇ ਜਾ ਰਹੇ ਹੈ, ਅਤੇ ਹੁਣ ਉਹ ਪ੍ਰੋਫੈਸਰ ਯੂਨੀਵਰਸਿਟੀ ਦੀ ਪ੍ਰੋਫੈਸਰੀ ਨਹੀਂ ਰਹੀਆਂ, ਉਹ ਵਿਦਵਤਾ ਨਹੀਂ ਰਹੀ, ਉਹ ਲੀਨਤਾ ਨਹੀਂ ਰਹੀ, ਉਹ ਮਗਨਤਾ ਨਹੀਂ ਰਹੀ ਜੋ ਪਹਿਲੇ ਸਮੇਂ 'ਚ ਹੁੰਦਾ ਸੀ। ਲੇਕਿਨ ਹੁਣ ਯੂਨੀਵਰਸਿਟੀਆਂ ਹੈਗੀਆਂ, ਉਸ ਡਿਪਾਰਟਮੈਂਟ ਹੈਗੇ ਹੈ, ਉਸ ਬੰਦੇ ਕੰਮ ਕਰਦੇ ਹੈ, ਲੇਕਿਨ ਉਹ ਵਿਦਵਤਾ ਤੋਂ, ਉਹ ਸੱਚੇ ਦਿਲੋਂ ਵਿਦਵਾਨ ਹੋਣ ਦੇ ਭਾਵ ਤੋਂ ਸਖਣੇ ਨੇ। ਵਖਾਣ ਹੈ ਪੰਜਾਬੀ ਦਾ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਤੇ ਡਾਕਟਰ ਗੁਰਸ਼ਰਨ ਕੌਰ ਹੋਰਾਂ ਦੀ ਜੇਕਰ ਮੈਂ ਗੱਲ ਕਰਾਂ, ਕਿਉਂਕਿ ਤੁਸੀਂ ਉਹ ਖਜ਼ਾਨਾ ਜਿਹੜਾ ਕੌਮ ਦੀ ਝੋਲੀ 'ਚ ਪਾਇਆ ਜਿਸ ਦਾ ਕੋਈ ਮੁੱਲ ਨਹੀਂ, ਤੇ ਮੈਡਮ ਦਾ ਕਿੰਨਾ ਕੁ ਸਹਿਯੋਗ ਰਿਹਾ ਇਸ 'ਤੇ? ਮੈਂ ਸਮਝਦਾ ਹਾਂ ਕਿ ਜਿਹੜਾ ਇਹ ਮੇਰਾ ਸਾਰਾ ਕੰਮ ਹੈ ਇਹਦੇ ਪਿੱਛੇ ਕਿਸੇ ਨਾ ਕਿਸੇ ਰੂਪ ਵਿੱਚ ਮੇਰੀ ਵਾਈਫ ਦਾ ਰੋਲ ਹੈ। ਮੇਰੀ ਵਾਈਫ ਇਕੁਅਲੀ ਕੁਆਲੀਫਾਈਡ ਹੈ। ਉਹ MA ਫਸਟ ਕਲਾਸ ਹਿੰਦੀ, MA ਫਸਟ ਕਲਾਸ ਪੰਜਾਬੀ, BA ਪਰਸ਼ੀਅਨ, BA ਸੰਸਕ੍ਰਿਤ, ਗੁਰੂ ਨਾਨਕ ਬਾਣੀ ਪ੍ਰੇਮ ਭਗਤੀ ਦਾ ਸਰੂਪ ਇਸ 'ਤੇ PhD, ਔਰ ਪੰਜਾਬ ਕੇ ਭਗਤੀ ਅੰਦੋਲਨ 'ਤੇ DLIT। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਤਨੀ ਹੀ ਕੁਆਲੀਫਾਈਡ ਹੈ, ਮੇਰੇ ਬਰਾਬਰ ਦੀ ਹੈ, ਨਾਲ ਚੱਲ ਰਿਹਾ ਹੈ, ਔਰ ਮੇਰੀ ਪਹਿਲੀ ਪਾਠਕ ਵੀ ਉਹ ਹੈ। ਫਿਰ ਉਸ ਦੇ ਨਾਲ ਸਾਡਾ ਜਿਹੜਾ ਬੇਟਾ ਹੈ ਉਹ ਇੰਨਾ ਚੰਗਾ ਹੈ, ਸਾਡੀ ਇੱਕ ਇੱਕ ਗੱਲ ਦਾ ਧਿਆਨ ਰੱਖਦਾ, ਔਰ ਉਹ ਸਾਨੂੰ ਕਿਸੇ ਕਿਸਮ ਦੀ ਅਸੁਵਿਧਾ ਨਹੀਂ ਹੋਣ ਦਿੰਦਾ, ਸਾਰੇ ਕੰਮ ਰਾਸ ਕਰ ਦਿੰਦਾ। ਇਸ ਤਰੀਕੇ ਨਾਲ ਜੇ ਮੇਰੀ ਵਾਈਫ ਮੇਰੇ ਨਾਲ ਨਾ ਰਲ ਕੇ ਕੰਮ ਕਰਦੀ, ਜੇ ਮੇਰਾ ਬੇਟਾ ਇਤਨਾ ਫਰਮਾ ਬਰਦਾਰ ਨਾ ਹੁੰਦਾ, ਤੇ ਹੋ ਸਕਦਾ ਹੈ ਅਸੀਂ ਪੰਥ ਦੇ ਝੋਲੀ ਵਿੱਚ ਇਹ ਸਾਰੀਆਂ ਰਚਨਾਵਾਂ ਨਾ ਪਾ ਸਕਦੇ। ਪਰ ਪਰਮਾਤਮਾ ਨੇ ਆਪ ਹੀ ਸਭ ਕੁਝ ਕਰਨਾ ਹੈ, ਉਹਨੇ ਆਪ ਹੀ ਕੀਤਾ ਹੈ, ਔਰ ਉਹ ਸਾਰੇ ਇਹ ਸੁਵਿਧਾਵਾਂ ਦੇ ਕੇ ਵੀ ਮੈਨੂੰ ਤਕੜਾ ਕਰ ਰਿਹਾ ਹੈ। ਇਸ ਉਮਰ ਦੇ ਵਿੱਚ ਵੀ ਮੈਂ ਆਰਾਮ ਕਰਨਾ ਨਹੀਂ ਚਾਹੁੰਦਾ। ਮੈਂ ਇੱਥੇ ਬੈਠਾ ਇੰਨਾ ਸੁਖੀ ਮਹਿਸੂਸ ਨਹੀਂ ਕਰਨਾ ਜਿੰਨਾ ਮੈਂ ਆਪਣੀ ਚੇਅਰ 'ਤੇ ਕਰਦਾ। ਜਿਸ ਵੇਲੇ ਮੈਂ ਆਪਣੀ ਚੇਅਰ 'ਤੇ ਬੈਠਦਾ ਉਸ ਵਕਤ ਮੈਂ ਬਿਲਕੁਲ ਠੀਕ ਹੁੰਦਾ, ਨਾ ਮੈਨੂੰ ਕੋਈ ਥਕਾਵਟ ਹੁੰਦੀ ਹੈ, ਬਸ ਕੰਮ ਕਰੋ। ਔਰ ਮੈਂ ਤੁਹਾਨੂੰ ਸੱਚ ਦੱਸਦਾ, ਜਦ ਤੱਕ ਪਰਮਾਤਮਾ ਨੇ ਮੇਰੀ ਡਿਊਟੀ ਲਗਾਈ ਹੋਈ ਹੈ ਮੈਂ ਕੰਮ ਕਰਦਾ ਹਾਂ, ਔਰ ਉਹਨਾਂ ਨੇ ਠੀਕ ਰੱਖਣਾ ਹੈ। ਜਿਸ ਵਕਤ ਉਹਨਾਂ ਨੇ ਕੰਮ ਮੇਰੇ ਦੀ ਲਿਸਟ ਖਤਮ ਹੋ ਗਈ ਜਾਂ ਹੋਰ ਕੰਮ ਮੈਥੋਂ ਨਹੀਂ ਕਰਵਾਉਣਾ, ਤੇ ਫਿਰ ਉਸ ਤੋਂ ਬਾਅਦ ਸਮਾਪਤੀ ਹੈ। ਇਸ ਵਾਸਤੇ ਇਹ ਕੰਮ ਕਰਨਾ ਕਦ ਤੱਕ ਕਰਨਾ ਹੈ ਇਹ ਪਰਮਾਤਮਾ 'ਤੇ ਨਿਰਭਰ, ਇਹ ਸਾਰਾ ਨਿਸ਼ਚਿਤ ਹੈ, ਔਰ ਇਹ ਸਾਰਾ ਪਰਮਾਤਮਾ ਵੱਲੋਂ ਹੀ ਹੋ ਰਿਹਾ। ਮੈਂ ਤਾਂ ਸਿਰਫ ਇੱਕ ਸੇਵਕ ਦੀ ਭੂਮਿਕਾ ਨਿਭਾ ਰਿਹਾ। ਤੇ ਇੱਕ ਸਵਾਲ ਜਿਹੜਾ ਇਹ ਦਰਸ਼ਕਾਂ ਦਾ ਵੀ ਹੈ, ਡਾਕਟਰ ਰਤਨ ਸਿੰਘ ਜੱਗੀ ਹੋਰੀ ਦਸਮ ਗ੍ਰੰਥ ਦੇ ਅਧਿਆਤਮਕ ਪੱਖ ਨੂੰ ਜਿਹੜਾ ਉਹ ਕਿਵੇਂ ਵੇਖਦੇ ਨੇ? ਦੇਖੋ, ਦਸਮ ਗ੍ਰੰਥ ਦੇ ਵਿੱਚ ਕਈ ਕੰਟਰੋਵਰਸੀਜ਼ ਨੇ। ਮੈਂ ਤਾਂ ਉਸ ਵਿੱਚੋਂ ਜਿਹੜੇ ਖਾਸ ਤੌਰ 'ਤੇ ਜਿਹੜੀਆਂ ਅਧਿਆਤਮਕ ਰਚਨਾਵਾਂ ਨੇ ਉਹਨਾਂ ਦੀ ਗੱਲ ਕਰਦਾ ਹਾਂ। ਬਾਕੀ ਸਾਰੀਆਂ ਰਚਨਾਵਾਂ ਡਿਫਰੈਂਟ ਬੰਦਿਆਂ ਦੇ ਡਿਫਰੈਂਟ ਵਿਊਜ਼ ਨੇ। ਮੈਂ ਇਸ ਕੰਟਰੋਵਰਸੀ 'ਚ ਨਹੀਂ ਪੜਦਾ। ਮੈਂ ਤਾਂ ਸਿਰਫ ਦਸਮ ਗ੍ਰੰਥ ਦਾ ਅਰਥ ਕੀਤਾ ਹੈ, ਕਿਉਂਕਿ ਦਸਮ ਗ੍ਰੰਥ ਦੀ ਬਾਣੀ ਬੜੀ ਔਖੀ ਹੈ, ਔਰ ਇਹਨੂੰ ਸਮਝਣ ਲਈ ਕਾਫੀ ਵਿਦਵਤਾ, ਕਾਫੀ ਅਧਿਐਨ ਦੀ ਲੋੜ ਹੈ। ਮੈਂ ਤਾਂ ਉਸ ਘਾਟ ਨੂੰ ਪੂਰਾ ਕੀਤਾ ਹੈ। ਇਹ ਧਰਮ ਗ੍ਰੰਥ ਜਿਹੜੇ ਨੇ ਇਹਨਾਂ ਦੇ ਬਾਰੇ ਕੋਈ ਅਗਰ ਕੰਟਰੋਵਰਸੀ ਹੈ ਤਾਂ ਇਹ ਜਵਾਬ ਦੇਣਗੇ ਪੰਥ ਵਾਲੇ ਜਾਂ ਅਕਾਲ ਤਖਤ ਵਾਲੇ। ਮੈਂ ਕੀ ਲੈਣਾ, ਮੈਂ ਤਾਂ ਸੇਵਾ ਕਰਨੀ ਹੈ, ਕਰ ਦਿੱਤੀ। ਤੇ ਅਖੀਰ 'ਚ ਜਾਂਦੇ ਜਾਂਦੇ ਡਾਕਟਰ ਸਾਹਿਬ,
ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਤੁਹਾਨੂੰ ਪੜ੍ਹਦੀ ਹੈ, ਤੁਹਾਨੂੰ ਅੱਜ ਸਾਕਸ਼ਾਤ ਦੇਖ ਰਹੀ ਹੈ, ਤੇ ਉਸ ਪੀੜ੍ਹੀ ਨੂੰ ਖਾਸ ਕਰਕੇ ਜਿਨ੍ਹਾਂ ਦੀ ਸਾਹਿਤਕ ਵਾਲੇ ਪਾਸੇ ਜਿਹੜੀ ਹੈ ਉਹ ਰੁਚੀ ਹੈ, ਕੀ ਸੁਨੇਹਾ ਜਿਹੜਾ ਉਹਨੂੰ ਦੇਣਾ ਚਾਹੁੰਦੇ ਹੋ? ਮੈਂ ਆਪਣੇ ਆਚਾਰ ਰਾਹੀਂ ਆਪਣੇ ਕਰਮਚਾਰ ਜਿਹੜੇ ਹੁੰਦੇ ਆ ਇਹ ਬੜਾ ਮਨ ਰੱਖਦੇ ਆ, ਔਰ ਮੈਂ ਨਵੀਂ ਪੀੜ੍ਹੀ ਨੂੰ ਇੱਕ ਸੰਦੇਸ਼ ਦਿੰਦਾ ਹੈ ਕਿ ਪਹਿਲੇ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਹੋਏ ਮਾਰਗ ਤੇ ਚਲਾ ਕੇ ਆਪਣੇ ਆਪ ਨੂੰ ਸੱਚਾ ਮਨੁੱਖ ਬਣਾਓ, ਔਰ ਫਿਰ ਜੋ ਵੀ ਕੰਮ ਕਰੋ ਡਿਵੋਸ਼ਨ ਦੇ ਨਾਲ ਕਰੋ, ਔਰ ਡਿਵੋਸ਼ਨ ਇਤਨੀ ਹੋਵੇ ਕਿ ਤੁਹਾਨੂੰ ਕੋਈ ਵੀ ਉਸ ਤੋਂ ਹਟਾ ਨਾ ਸਕੇ। ਔਰ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਮਾਰਗ ਤੇ ਚਲਦੇ ਰਹੋਗੇ ਤਾਂ ਸੱਚ ਪੁੱਛੋ ਜਿਹੜੀ ਕਾਮਯਾਬੀ ਹੈ ਤੁਹਾਡਾ ਚਰਨ ਚੁੰਬਨ ਕਰੇਗੀ। ਜੀ, ਸੋ ਬਹੁਤ ਹੀ ਵੱਡਮੁੱਲੇ ਵਿਚਾਰ ਜਿਹੜੇ ਨੇ ਉਹ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੇ ਸਾਡੇ ਨਾਲ ਕੀਤੇ। ਤੇ ਮੈਂ ਇੱਥੇ ਇੱਕ ਗੱਲ ਜਿਹੜੀ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਪਟਿਆਲੇ ਸਥਿਤ ਡਾਕਟਰ ਸਾਹਿਬ ਦੀ ਰਿਹਾਇਸ਼ ਤੇ ਆਏ ਤੇ ਡਾਕਟਰ ਸਾਹਿਬ ਦੇ ਜਿਹੜੇ ਮੈਡਮ ਗੁਰਸ਼ਰਨ ਕੌਰ, ਉਹਨਾਂ ਨੇ ਸਾਨੂੰ ਇੱਕ ਬੜੀ ਸੋਹਣੀ ਗੱਲ ਕੀਤੀ ਕਿ ਇਹ ਘਰ ਨਹੀਂ, ਇਹ ਤਪੋ ਭੂਮੀ ਹੈ। ਅਸੀਂ ਵੀ ਇੱਥੇ ਆ ਕੇ ਉਹ ਚੀਜ਼ ਨੂੰ ਮਹਿਸੂਸ ਕੀਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਕਾ ਕੀਤਾ ਗਿਆ ਹੋਵੇ, ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਦਾ ਟੀਕਾ ਕੀਤਾ ਗਿਆ ਹੋਵੇ, ਅਨੇਕਾਂ ਹੀ ਜਿਹੜੀਆਂ ਪੁਸਤਕਾਂ 144 ਦੇ ਕਰੀਬ ਪੁਸਤਕਾਂ ਇੱਥੇ ਲਿਖੀਆਂ ਗਈਆਂ ਹੋਣ, ਤੁਲਸੀ ਰਮਾਇਣ ਦਾ ਅਨੁਵਾਦ ਕੀਤਾ। ਸੋ ਐਸੀਆਂ ਕਈ ਚੀਜ਼ਾਂ ਜਿਹੜੀਆਂ ਇੱਥੇ ਹੋਈਆਂ ਹੁਣ, ਉਹ ਵਾਕਿਆ ਹੀ ਜਗ੍ਹਾ ਜਿਹੜੀ ਹੈ ਉਹ ਪੂਜਣ ਦੇ ਯੋਗ ਹੁੰਦੀ ਹੈ। ਇੱਕ ਵਾਰ ਫਿਰ ਡਾਕਟਰ ਸਾਹਿਬ ਨੂੰ ਪਦਮ ਸ਼੍ਰੀ ਮਿਲਣ ਤੇ ਬਹੁਤ ਬਹੁਤ ਵਧਾਈਆਂ। ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਸਿਹਤਯਾਬੀ ਬਖਸ਼ਣ, ਦਿਨ ਦੁਗਣੀ ਰਾਤ ਚੌਗਣੀ ਤਰੱਕੀ, ਤਾਂ ਕਿ ਤੁਸੀਂ ਹੋਰ ਜਿਹੜਾ ਪੰਥ ਦੀ ਝੋਲੀ ਜਿਹੜਾ ਪਰਮਾਤਮਾ ਦੀ ਕਿਰਪਾ ਤੇ ਨਿਰਭਰ ਕਰਦਾ ਹੈ ਜੀ। ਸੋ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ, ਤੇ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।